ਸਾਰਿਆਂ ਦਰਸ਼ਕਾਂ ਨੂੰ TWR ਪਰਿਵਾਰ ਵੱਲੋਂ ਜੈ ਮਸੀਹ ਦੀ। ਸੱਚੀ ਬਾਣੀ ਦੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ TWR ਦੇ ਪਰਿਵਾਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਦੋਸਤੋ, ਅਸੀਂ ਬਾਈਬਲ ਧਰਮ ਸ਼ਾਸਤਰ ਦੀ ਪੁਸਤਕ ਦੇ ਦੂਸਰੇ ਅਧਿਆਏ ਦੇ ਅਧਿਐਨ ਨੂੰ ਅੱਗੇ ਵਧਾਵਾਂਗੇ। ਕੱਲ ਅਸੀਂ ਵੇਖਿਆ ਸੀ ਕਿ ਪਰਮੇਸ਼ਰ ਨੇ ਕਿਵੇਂ ਆਦਮ ਨੂੰ ਬਣਾਉਣ ਤੋਂ ਪਹਿਲਾਂ ਉਸ ਦੇ ਰਹਿਣ ਦਾ ਇੰਤਜ਼ਾਮ ਕੀਤਾ। ਉਸਨੇ ਆਦਮ ਨੂੰ ਮਿੱਟੀ ਤੋਂ ਲੈ ਕੇ ਬਣਾਇਆ ਅਤੇ ਉਸ ਦੇ ਵਿੱਚ ਆਪਣਾ ਸਾਹ ਫੂਕਿਆ, ਜਿਸ ਕਰਕੇ ਮਨੁੱਖ ਜੀਉਣ ਦੀ ਜਾਨ ਬਣ ਗਿਆ। ਪਰਮੇਸ਼ਰ ਨੇ ਮਨੁੱਖ ਮਤਲਬ ਆਦਮ ਨੂੰ ਆਪਣੇ ਸਰੂਪ ਅਤੇ ਸਮਾਨਤਾ ਦੇ ਵਿੱਚ ਬਣਾਇਆ ਅਤੇ ਉਸ ਨੂੰ ਅਦਨ ਦੇ ਬਾਗ ਵਿੱਚ ਰੱਖਿਆ। ਦੋਸਤੋ, ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਪਰਮੇਸ਼ਰ ਨੇ ਆਦਮ ਨੂੰ ਸਿਰਫ ਘਾਹ ਕੱਟਣ ਵਾਲਾ ਮਾਲੀ ਨਹੀਂ ਬਣਾਇਆ, ਪਰ ਧਰਤੀ ਦੀ ਹਰ ਇੱਕ ਚੀਜ਼ ਦੇ ਉੱਤੇ ਉਸ ਨੂੰ ਰਾਜ ਕਰਨ ਦਾ ਅਧਿਕਾਰ ਦਿੱਤਾ ਸੀ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਪਰਮੇਸ਼ਰ ਦੁਆਰਾ ਆਦਮ ਦੇ ਅੱਗੇ ਰੱਖੀ ਗਈ ਉਸੇ ਸ਼ਰਤ ਉੱਤੇ ਵਿਚਾਰ ਕਰਦੇ ਹੋਏ ਆਪਣੀ ਚਰਚਾ ਨੂੰ ਅੱਗੇ ਵਧਾਵਾਂਗੇ। ਇਸ ਤੋਂ ਬਾਅਦ ਅਸੀਂ ਉਤਪਤ ਦੀ ਪੁਸਤਕ ਦੇ ਤੀਸਰੇ ਅਧਿਆਏ ਦੇ ਅਧਿਐਨ ਦੇ ਵਿੱਚ ਦਾਖਲ ਹੋਵਾਂਗੇ। ਆਓ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਅੱਜ ਦੇ ਅਧਿਐਨ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਸੁਣਦੇ ਹਾਂ ਇੱਕ ਪਿਆਰਾ ਜਿਹਾ ਮਸੀਹ ਭਜਨ।
ਸਤਾਵੇ, ਦੀਨੇ ਸੂਰਜ ਨਾ ਤੈਨੂੰ ਸਤਾਵੇ, ਰਾਤੀ ਚੰਨ ਵੀ ਨਾ ਤੁਝ ਦੁੱਖ ਪਹੁੰਚਾਵੇ, ਖੌਫ ਖਾਵੇਂਗਾ ਨਾ ਵਿੱਚ ਉਜਾੜਾ, ਮਦਦ ਲਈ ਮੈਂ ਕਿਸ ਨੂੰ ਪੁਕਾਰਾਂ, ਅੱਖੀਆਂ ਚੁੱਕਣਾ ਹਾਂ ਮੈਂ ਵੱਲ ਪਹਾੜਾ, ਮਦਦ ਲਈ ਮੈਂ ਕਿਸ ਨੂੰ ਪੁਕਾਰਾਂ, ਅੱਖੀਆਂ ਚੁੱਕਣਾ ਹਾਂ ਮੈਂ ਵੱਲ ਪਹਾੜਾ, ਮਦਦ ਲਈ ਮੈਂ ਕਿਸ ਨੂੰ ਪੁਕਾਰਾਂ, ਮਦਦ ਲਈ ਮੈਂ ਕਿਸ ਨੂੰ ਪੁਕਾਰਾਂ, ਮਦਦ ਲਈ ਮੈਂ ਕਿਸ ਨੂੰ ਪੁਕਾਰਾਂ। ਪਿਆਰੇ ਅਜ਼ੀਜ਼ੋ, ਬਾਈਬਲ ਦੀ ਸਿੱਖਿਆ ਨਾਲ ਸੰਬੰਧਿਤ ਇਸ ਪ੍ਰੋਗਰਾਮ ਵਿੱਚ ਅਸੀਂ ਉਤਪਤੀ ਦੀ ਪੁਸਤਕ ਦੇ ਦੂਸਰੇ ਅਧਿਆਏ ਦਾ ਅਧਿਐਨ ਜਾਰੀ ਰੱਖਦੇ ਹੋਏ ਅੱਜ ਪਰਮੇਸ਼ਵਰ ਦੁਆਰਾ ਮਨੁੱਖ ਅੱਗੇ ਰੱਖੀ ਗਈ ਸ਼ਰਤ ਬਾਰੇ ਵਿਚਾਰ ਕਰਦੇ ਹੋਏ ਇਸ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ। ਬਾਈਬਲ ਧਰਮ ਸ਼ਾਸਤਰ ਵਿੱਚ ਲਿਖਿਆ ਹੈ ਕਿ ਯਹੋਵਾ ਪਰਮੇਸ਼ਵਰ ਨੇ ਆਦਮੀ ਨੂੰ ਆਗਿਆ ਦਿੱਤੀ ਕਿ ਬਾਗ ਦੇ ਹਰ ਬਿਰਛ ਤੋਂ ਤੂੰ ਨਿਸੰਗ ਖਾਈ, ਪਰ ਭਲੇ ਬੁਰੇ ਦੀ ਸਿਆਣ ਦੇ ਬਿਰਛ ਤੋਂ ਤੂੰ ਨਾ ਖਾਈ, ਕਿਉਂ ਜੋ ਜਿਸ ਦਿਨ ਤੂੰ ਉਸ ਤੋਂ ਖਾਵੇਂ ਤੂੰ ਜ਼ਰੂਰ ਮਰੇਂਗਾ। ਉਤਪਤ ਉਸ ਦਾ 2 ਅਧਿਆਏ ਉਸ ਦੀ 16 ਅਤੇ 17 ਆਇਤ ਵਿੱਚ ਸਾਨੂੰ ਇਹ ਵਚਨ ਮਿਲਦੇ ਹਨ। ਪਰਮੇਸ਼ਵਰ ਦੀ ਇਹ ਮੂਲ ਇੱਛਾ ਨਹੀਂ ਸੀ ਕਿ ਆਦਮੀ ਮਰੇ, ਪਰ ਹੁਣ ਅਸੀਂ ਦੇਖਦੇ ਹਾਂ ਕਿ ਆਦਮੀ ਦੀ ਅਜ਼ਮਾਇਸ਼ ਕੀਤੀ ਗਈ। ਜੀ ਹਾਂ, ਮਨੁੱਖ ਆਪਣੀ ਇੱਕ ਆਜ਼ਾਦ ਇੱਛਾ ਰੱਖਦਾ ਹੈ। ਇਹ ਇੱਕ ਪ੍ਰਮਾਣਿਕ ਜਾਂ ਸਵੈ ਸਿੱਧ ਕਥਨ ਹੈ ਜੋ ਕਿ ਸੱਚਾ ਵੀ ਹੈ। ਇਹ ਮਨੁੱਖ ਜਿਸ ਨੂੰ ਇੱਕ ਆਜ਼ਾਦ ਇੱਛਾ ਦਿੱਤੀ ਗਈ ਹੈ, ਜ਼ਰੂਰੀ ਹੈ ਕਿ ਉਸ ਨੂੰ ਇੱਕ ਪ੍ਰੀਖਿਆ ਵਿੱਚ ਪਾ ਕੇ ਦੇਖਿਆ ਜਾਵੇ ਕਿ ਕੀ ਉਹ ਪਰਮੇਸ਼ਵਰ ਦਾ ਆਗਿਆ ਪਾਲਨ ਕਰੇਗਾ ਜਾਂ ਨਹੀਂ। ਕੁਝ ਵਿਆਖਿਆ ਕਰਨ ਵਾਲੇ ਇਹ ਸੁਝਾਅ ਦਿੰਦੇ ਹਨ ਕਿ ਭਲੇ ਬੁਰੇ ਦੀ ਸਿਆਣ ਕਰਨ ਵਾਲਾ ਬਿਰਛ ਜ਼ਹਿਰ ਸੀ। ਇਸ ਦੇ ਉਲਟ ਮੇਰਾ ਵਿਚਾਰ ਹੈ, ਕਿਉਂਕਿ ਜਿਸ ਦਿਨ ਤੂੰ ਇਸ ਫਲ ਨੂੰ ਖਾਵੇਂਗਾ ਤੂੰ ਜ਼ਰੂਰ ਮਰ ਜਾਵੇਂਗਾ। ਯਾਦ ਰੱਖੋ ਕਿ ਮਨੁੱਖ ਇੱਕ ਤ੍ਰੈਪੱਖ ਹੈ ਅਤੇ ਉਸ ਨੂੰ 3 ਤਰ੍ਹਾਂ ਹੀ ਮਰਨਾ ਪਵੇਗਾ। ਆਦਮ ਤਾਂ ਇਸ ਤੋਂ 900 ਸਾਲ ਬਾਅਦ ਤੱਕ ਸਰੀਰਕ ਤੌਰ ਤੇ ਨਹੀਂ ਮਰਿਆ ਸੀ, ਪਰ ਪਰਮੇਸ਼ਵਰ ਨੇ ਕਿਹਾ ਸੀ ਕਿ ਜਿਸ ਦਿਨ ਤੂੰ ਖਾਵੇਂਗਾ ਤੂੰ ਜ਼ਰੂਰ ਮਰੇਂਗਾ। ਮੌਤ ਦਾ ਅਰਥ ਹੈ ਵਖਰੇਵਾਂ। ਆਪ ਇਸ ਬਾਰੇ ਯਕੀਨ ਕਰ ਸਕਦੇ ਹੋ। ਫਿਰ ਯਹੋਵਾ ਪਰਮੇਸ਼ਵਰ ਨੇ ਆਖਿਆ ਕਿ ਚੰਗਾ ਨਹੀਂ ਕਿ ਮਨੁੱਖ ਇਕੱਲਾ ਰਹੇ, ਸੋ ਮੈਂ ਉਹਦੇ ਲਈ ਉਹਦੇ ਵਾਂਗੂ ਇੱਕ ਸਹਾਇਕਣ ਬਣਾਵਾਂਗਾ। ਉਤਪਤ 2 ਅਧਿਆਏ ਉਸ ਦੀ 18 ਆਇਤ ਦੇ ਇਹ ਵਚਨ ਹਨ ਕਿ ਉਸ ਦੀ ਇੱਕ ਜ਼ਰੂਰਤ ਹੈ ਅਤੇ ਉਸ ਦੇ ਨਾਲ ਰਹਿਣ ਲਈ ਕਿਸੇ ਦੀ ਜ਼ਰੂਰਤ ਹੈ। ਯਹੋਵਾ ਪਰਮੇਸ਼ਵਰ ਨੇ ਮਿੱਟੀ ਤੋਂ ਜੰਗਲ ਦੇ ਹਰ ਇੱਕ ਜਾਨਵਰ ਨੂੰ ਅਤੇ ਆਕਾਸ਼ ਦੇ ਹਰ ਇੱਕ ਪੰਛੀ ਨੂੰ ਰਚਿਆ ਅਤੇ ਆਦਮੀ ਕੋਲ ਲੈ ਆਇਆ ਤਾਂ ਜੋ ਉਹ ਵੇਖੇ ਵੀ ਉਹ ਕਿਵੇਂ ਉਹਨਾਂ ਨੂੰ ਸੱਦੇਗਾ। ਸੋ ਕੁਝ ਆਦਮੀ ਨੇ ਜੋ ਕੁਝ ਉਸ ਜਿਉਂਦੇ ਪ੍ਰਾਣੀ ਨੂੰ ਸੱਦਿਆ, ਸੋ ਉਹਦਾ ਨਾਮ ਹੋ ਗਿਆ। ਇਹ ਵਚਨ ਉਤਪਤ ਉਸ ਦਾ 2 ਅਧਿਆਏ ਤੇ ਉਸ ਦੀ 19 ਆਇਤ ਵਿੱਚ ਸਾਨੂੰ ਮਿਲਦੇ ਹਨ। ਯਕੀਨ ਕਰੋ ਕਿ ਆਦਮੀ ਜ਼ਰੂਰ ਹੀ ਚੁਸਤ ਸੂਝ-ਬੂਝ ਵਾਲਾ ਹੋਵੇਗਾ। ਇੱਕ ਮਖੌਲੀਆ ਕਹਿਣ ਲੱਗਾ ਕਿ ਜਦੋਂ ਪਰਮੇਸ਼ਵਰ ਆਦਮ ਕੋਲ ਇੱਕ ਹਾਥੀ ਨੂੰ ਲਿਆਇਆ ਅਤੇ ਉਸ ਨੂੰ ਕਿਹਾ ਕਿ ਇਸ ਨੂੰ ਅਸੀਂ ਕੀ ਕਹਾਂਗੇ, ਐਉਂ ਆਦਮੀ ਨੇ ਸਾਰੇ ਡੰਗਰਾਂ ਨੂੰ ਔਰ ਆਕਾਸ਼ ਦੇ ਪੰਛੀਆਂ ਨੂੰ ਔਰ ਜੰਗਲ ਦੇ ਸਾਰੇ ਜਾਨਵਰਾਂ ਨੂੰ ਨਾਮ ਦਿੱਤੇ। ਇਹ ਵਚਨ ਉਤਪਤ ਉਸ ਦਾ 2 ਅਧਿਆਏ ਉਸ ਦੀ 20 ਆਇਤ ਵਿੱਚ ਸਾਨੂੰ ਮਿਲਦੇ ਹਨ। ਉਸ ਲਈ ਸਹਾਇਕਨ, ਇਸ ਦਾ ਭਾਵ ਹੈ
ਜੋ ਉਸ ਨਾਲ ਸਹਿਮਤ ਅਤੇ ਹਾਂ ਵਿੱਚ ਹਾਂ ਮਿਲਾਉਣ ਵਾਲੀ ਇੱਕ ਸਹਾਇਕ, ਉਸ ਦੀ ਸਹਿਯੋਗਣ ਦੇ ਤੌਰ ਤੇ ਉਸ ਦੇ ਬਰਾਬਰ ਦੀ। ਮਨੁੱਖ ਵਿਆਹ ਤੋਂ ਪਹਿਲਾਂ ਅੱਧਾ ਮਨੁੱਖ ਹੀ ਹੈ। ਇਸ ਤੇ ਵਿਚਾਰ ਕਰਨਾ ਬਹੁਤ ਮਹੱਤਵਪੂਰਨ ਹੈ। ਮੈਂ ਵਿਆਹ ਦੇ ਹੱਕ ਵਿੱਚ ਇੱਥੇ ਬੋਲਣ ਲਈ ਨਹੀਂ ਹਾਂ, ਪਰ ਫਿਰ ਵੀ ਮੈਂ ਇਹ ਕਹਾਂਗਾ ਕਿ ਵਿਆਹ ਕਰਨਾ ਆਦਮੀ ਅਤੇ ਔਰਤ ਦੋਹਾਂ ਲਈ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਹੈ। ਔਰਤ ਮਨੁੱਖ ਨੂੰ ਜਵਾਬਦੇਹ ਹੈ। ਇਸ ਦੇ ਨਾਲ ਹੀ ਹੁਣ ਅਸੀਂ ਨਾਰੀ ਦੀ ਉਤਪਤੀ ਬਾਰੇ ਵਿਚਾਰ ਕਰਦੇ ਹਾਂ। ਬਾਈਬਲ ਧਰਮ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ, ਤਾਂ ਯਹੋਵਾ ਪਰਮੇਸ਼ਵਰ ਨੇ ਆਦਮੀ ਤੇ ਗੂੜੀ ਨੀਂਦ ਭੇਜੀ, ਸੋ ਉਹ ਸੌਂ ਗਿਆ ਅਤੇ ਉਸ ਨੇ ਉਹਦੀਆਂ ਪਸਲੀਆਂ ਵਿੱਚੋਂ ਇੱਕ ਪਸਲੀ ਕੱਢ ਲਈ ਅਤੇ ਉਹਦੀ ਥਾਂ ਮਾਸ ਭਰ ਦਿੱਤਾ। ਤਾਂ ਯਹੋਵਾ ਪਰਮੇਸ਼ਵਰ ਨੇ ਉਸ ਪਸਲੀ ਤੋਂ ਜਿਹੜਾ ਉਸਨੇ ਆਦਮੀ ਵਿੱਚੋਂ ਕੱਢੀ ਇੱਕ ਨਾਰੀ ਬਣਾਈ ਅਤੇ ਉਹਨੂੰ ਆਦਮੀ ਕੋਲ ਲੈ ਆਇਆ। ਉਤਪਤ ਉਸ ਦਾ 2 ਅਧਿਆਏ ਉਸ ਦੀ 21 ਅਤੇ 22 ਆਇਤ। ਨਾਰੀ ਆਦਮ ਤੋਂ ਉਸ ਦੀ ਪਸਲੀ ਤੋਂ ਲਈ ਗਈ। ਡਾਕਟਰ ਮੈਥਿਊ ਹੈਨਰੀ, ਜੋ ਕਿ ਬਾਈਬਲ ਧਰਮ ਸ਼ਾਸਤਰ ਦਾ ਇੱਕ ਮਹਾਨ ਵਿਆਖਿਆਕਾਰ ਹੋਇਆ ਹੈ, ਉਸਨੇ ਕਿਹਾ ਹੈ ਕਿ ਪਰਮੇਸ਼ਵਰ ਨੇ ਨਾਰੀ ਨੂੰ ਮਨੁੱਖ ਦੇ ਸਿਰ ਤੋਂ ਨਹੀਂ ਲਿਆ ਕਿ ਉਹ ਉਸ ਉੱਤੇ ਰਾਜ ਕਰੇ, ਜਾਂ ਉਸ ਦੇ ਪੈਰ ਤੋਂ ਵੀ ਨਹੀਂ ਤਾਂ ਕਿ ਉਸ ਤੋਂ ਘਟੀਆ ਸਮਝੀ ਜਾਵੇ, ਪਰ ਨਾਰੀ ਮਨੁੱਖ ਦੀ ਪਸਲੀ ਤੋਂ ਲਈ ਗਈ ਕਿ ਉਸ ਦੇ ਬਰਾਬਰ ਹੋਵੇ ਅਤੇ ਉਸ ਦਾ ਸਾਥ ਦੇਵੇ। ਜੀ ਹਾਂ, ਇਹੀ ਉਦੇਸ਼ ਹੈ ਕਿ ਨਾਰੀ ਮਨੁੱਖ ਦੇ ਬਰਾਬਰ ਹੈ। ਪਰਮੇਸ਼ਵਰ ਦੇ ਕਹਿਣ ਦਾ ਅਸਲੀ ਭਾਵ ਇਹ ਸੀ, ਜੋ ਉਸਨੇ ਹੁਕਮ ਕੀਤਾ ਕਿ ਪਤਨੀਆਂ ਆਪਣੇ ਆਪਣੇ ਪਤੀ ਦੇ ਅਧੀਨ ਰਹਿਣ। ਇਸ ਦਾ ਅਰਥ ਹੈ ਕਿ ਉਹ ਆਦਮੀ ਦੀ ਸੁਣੇ ਅਤੇ ਉਸ ਦੇ ਪ੍ਰਤੀ ਜਵਾਬਦੇਹੀ ਕਰੇ। ਇੱਕ ਪਤਨੀ ਆਪਣੇ ਪਤੀ ਦਾ ਬਰਾਬਰ ਦਾ ਭਾਗ ਹੈ। ਆਦਮੀ ਉਸ ਤੋਂ ਬਗੈਰ ਅਧੂਰਾ ਹੈ। ਸੱਚੀ ਮੁੱਚੀ ਹਵਾ, ਜੋ ਕਿ ਪਹਿਲੀ ਨਾਰੀ ਸੀ, ਬਹੁਤ ਹੀ ਖੂਬਸੂਰਤ ਸੀ। ਖੂਬਸੂਰਤੀ ਉਸ ਤੋਂ ਅਲੱਗ ਬਿਲਕੁਲ ਨਹੀਂ ਸੀ। ਸੱਚਮੁੱਚ ਉਹ ਇੱਕ ਪਟੋਲਾ ਹੀ ਸੀ ਅਤੇ ਉਹ ਆਦਮੀ ਦੇ ਬਰਾਬਰ ਸੀ। ਤਾਂ ਆਦਮੀ ਨੇ ਆਖਿਆ, ਸੋ ਇਹ ਇਸ ਕਾਰਨ ਨਾਰੀ ਅਖਵਾਏਗੀ ਜੋ ਇਹ ਨਰ ਵਿੱਚੋਂ ਕੱਢੀ ਗਈ ਹੈ। ਉਤਪਤ 2 ਅਧਿਆਏ ਅਤੇ ਉਸ ਦੀ 23 ਆਇਤ ਵਿੱਚ ਅਸੀਂ ਇਹ ਵਚਨ ਦੇਖਦੇ ਹਾਂ। ਬਾਈਬਲ ਦੇ ਪੁਰਾਣੇ ਨੇਮ ਦੀ ਮੂਲ ਭਾਸ਼ਾ ਇਬਰਾਨੀ ਵਿੱਚ ਆਦਮੀ ਅਤੇ ਔਰਤ ਲਈ ਇਸਤੇਮਾਲ ਕੀਤੇ ਜਾਣ ਵਾਲੇ ਸ਼ਬਦ ਬਹੁਤ ਹੀ ਮਿਲਦੇ ਜੁਲਦੇ ਹਨ। ਮਨੁੱਖ ਲਈ ਇਸਤੇਮਾਲ ਕੀਤਾ ਜਾਣ ਵਾਲਾ ਸ਼ਬਦ ਇਸ਼ ਹੈ ਅਤੇ ਔਰਤ ਲਈ ਹੈ ਇਸ਼ਸ਼ਾ। ਇਸ਼ਸ਼ਾ ਉਹ ਆਦਮੀ ਦੇ ਬਰਾਬਰ ਹੈ। ਉਸ ਦਾ ਕੰਮ ਆਦਮੀ ਪ੍ਰਤੀ ਜਵਾਬਦੇਹੀ ਹੈ। ਪਰਮੇਸ਼ਵਰ ਦੀ ਇੱਛਾ ਸੀ ਕਿ ਮਨੁੱਖ ਅਗਵਾਈ ਕਰੇ। ਆਦਮੀ ਨੂੰ ਪਰਮੇਸ਼ਵਰ ਨੇ ਪਹਿਲਾਂ ਉਤਪੰਨ ਕੀਤਾ। ਉਸਨੇ ਔਰਤ ਨੂੰ ਆਦਮੀ ਦੇ ਕਿਹਾ ਮੰਨਣ ਲਈ ਉਤਪੰਨ ਕੀਤਾ। ਮਨੁੱਖ ਉਦਮਸ਼ੀਲ ਹੈ ਅਤੇ ਔਰਤ ਉੱਤਰਦਾਤੀ ਹੈ। ਇਹ ਕਹਿਣਾ ਜ਼ਰੂਰੀ ਨਹੀਂ ਕਿ ਪਤਨੀ ਨੂੰ ਆਪਣੇ ਪਤੀ ਨੂੰ ਪਿਆਰ ਕਰਨਾ ਚਾਹੀਦਾ ਹੈ। ਪਰਮੇਸ਼ਵਰ ਵੀ ਇਸ ਤਰ੍ਹਾਂ ਨਹੀਂ ਕਹਿੰਦਾ। ਪਰਮੇਸ਼ਵਰ ਦੇ ਕਹੇ ਅਨੁਸਾਰ ਔਰਤ ਜਵਾਬਦੇਹ ਹੈ। ਜੇਕਰ ਆਦਮੀ ਔਰਤ ਨੂੰ ਕਹੇ, ਮੈਂ ਤੇਰੇ ਨਾਲ ਪਿਆਰ ਕਰਦਾ ਹਾਂ, ਤਦ ਹੀ ਔਰਤ ਉਸ ਨੂੰ ਜਵਾਬ ਵਿੱਚ ਕਹੇਗੀ ਕਿ ਮੈਂ ਵੀ ਪਿਆਰ ਕਰਦੀ ਹਾਂ। ਜੇਕਰ ਪਤੀ ਠੀਕ ਹੈ ਤਾਂ ਹੀ ਔਰਤ ਜਵਾਬਦੇਹੀ ਕਰੇਗੀ, ਕਿਉਂਕਿ ਪਹਿਲ ਮਨੁੱਖ ਨੂੰ ਹੀ ਕਰਨੀ ਪੈਂਦੀ ਹੈ। ਸੋ ਮਰਦ ਆਪਣੇ ਮਾਪੇ ਛੱਡ ਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਅਤੇ ਉਹ ਇੱਕ ਸਰੀਰ ਹੋਣਗੇ। ਇਹ ਵਚਨ ਉਤਪਤੀ ਪੁਸਤਕ ਉਸ ਦਾ 2 ਅਧਿਆਏ ਉਸ ਦੀ 24 ਆਇਤ ਵਿੱਚ ਹਨ। ਦੂਸਰੇ ਸ਼ਬਦਾਂ ਵਿੱਚ ਵਿਆਹ ਤੋਂ ਬਾਅਦ ਇਸ ਲਿਹਾਜ਼ ਨਾਲ ਮਨੁੱਖ ਹੁਣ ਆਪਣੀ ਪਤਨੀ ਦੇ ਅਧੀਨ ਹੈ ਕਿ ਹੁਣ ਉਹ ਆਪਣੀ ਪਤਨੀ ਲਈ ਜ਼ਿੰਮੇਦਾਰ ਹੈ ਅਤੇ ਹੁਣ ਉਹ ਆਪਣੇ ਮਾਤਾ ਪਿਤਾ ਦੇ ਅਧੀਨ ਜਾਂ ਕਾਬੂ ਵਿੱਚ ਨਹੀਂ। ਅਤੇ ਮਰਦ ਔਰ ਉਹਦੀ ਤੀਵੀਂ ਦੋਵੇਂ ਨੰਗੇ ਸਨ ਪਰ ਸੰਗਦੇ ਨਹੀਂ ਸਨ। ਉਤਪਤੀ 2 ਅਧਿਆਏ ਉਸ ਦੀ 25 ਆਇਤ। ਭਾਵੇਂ ਪਰਮੇਸ਼ਵਰ ਦੇ ਵਚਨ ਬਾਈਬਲ ਵਿੱਚ ਇਹ ਨਹੀਂ ਲਿਖਿਆ ਹੋਇਆ ਹੈ,
ਪਰ ਮੇਰਾ ਵਿਸ਼ਵਾਸ ਹੈ ਕਿ ਆਦਮ ਅਤੇ ਹਵਾ ਕਿਸੇ ਤਰ੍ਹਾਂ ਦੀ ਮਹਿਮਾਮਈ ਰੌਸ਼ਨੀ ਨਾਲ ਜ਼ਰੂਰ ਢੱਕੇ ਹੋਏ ਸਨ। ਜੀ ਹਾਂ, ਮੇਰਾ ਵਿਚਾਰ ਹੈ ਕਿ ਇਹ ਆਦਮੀ ਅਤੇ ਔਰਤ ਦੀ ਉਤਪਤੀ ਦੀ ਲਿਖਤ ਦਾ ਸਭ ਤੋਂ ਵੱਧ ਬਹੁਮੁੱਲਾ ਅਤੇ ਸਭ ਤੋਂ ਜ਼ਿਆਦਾ ਪਿਆਰਾ ਭਾਗ ਹੈ। ਇੱਥੇ ਅਸੀਂ ਇੱਕ ਜੋੜੇ ਨੂੰ ਦੇਖਦੇ ਹਾਂ ਜਿਸ ਨੂੰ ਸੱਚਮੁੱਚ ਪਰਮੇਸ਼ਵਰ ਨੇ ਜੋੜਿਆ ਸੀ। ਕੁਝ ਇਹੋ ਜਿਹੀਆਂ ਗੱਲਾਂ ਹਨ ਜੋ ਪਰਮੇਸ਼ਵਰ ਨੇ ਆਪਣੇ ਲੋਕਾਂ ਨੂੰ ਦਿੱਤੀਆਂ ਹਨ ਤਾਂ ਜੋ ਉਹ ਉਹਨਾਂ ਦਾ ਪਾਲਣ ਕਰਨ, ਅਤੇ ਪਰਮੇਸ਼ਵਰ ਨੇ ਮਨੁੱਖ ਜਾਤੀ ਨੂੰ ਵਿਆਹ ਦਾ ਹੁਕਮ ਦਿੱਤਾ ਹੈ। ਵਿਆਹ ਇੱਕ ਇਹੋ ਜਿਹਾ ਬੰਧਨ ਹੈ ਜਿਸ ਨੂੰ ਅੱਜ ਕੱਲ੍ਹ ਦੇ ਮਨੁੱਖ ਤੋੜਨ ਦਾ ਯਤਨ ਕਰ ਰਹੇ ਹਨ। ਜਿਵੇਂ ਕਿ ਭਜਨਕਾਰ ਨੇ ਬਾਈਬਲ ਵਿੱਚ ਲਿਖਿਆ ਹੋਇਆ ਹੈ ਕਿ ਭਈ ਆਓ ਅਸੀਂ ਉਹਨਾਂ ਦੇ ਬੰਧਨਾਂ ਨੂੰ ਤੋੜ ਛੱਡੀਏ ਅਤੇ ਉਹਨਾਂ ਦੀਆਂ ਰੱਸੀਆਂ ਆਪਣੇ ਉਦਾਲਿਓਂ ਲਾਹ ਸੁੱਟੀਏ। ਜ਼ਬੂਰ 2 ਅਧਿਆਏ ਉਸ ਦੀ 3 ਆਇਤ। ਆਦਮੀ ਕੀ ਕੁਝ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ? ਮਨੁੱਖ ਪਰਮੇਸ਼ਵਰ ਤੋਂ ਦੂਰ ਜਾ ਰਿਹਾ ਹੈ, ਕਿਉਂਕਿ ਪਰਮੇਸ਼ਵਰ ਹੀ ਉਹ ਹੈ ਜਿਸ ਨੇ ਵਿਆਹ ਦੀ ਸਥਾਪਨਾ ਕੀਤੀ। ਔਰਤ ਦੀ ਉਤਪਤੀ ਅਪਰਤੱਖ ਉਤਪਤੀ ਸੀ, ਕਿਉਂਕਿ ਪਰਮੇਸ਼ਵਰ ਨੇ ਔਰਤ ਨੂੰ ਆਦਮੀ ਵਿੱਚੋਂ ਇਹ ਪ੍ਰਗਟ ਕਰਨ ਲਈ ਲਿਆ ਕਿ ਔਰਤ ਆਦਮੀ ਦਾ ਹੀ ਹਿੱਸਾ ਹੈ। ਕਿਸੇ ਨੇ ਇਸ ਬਾਰੇ ਇਸ ਤਰ੍ਹਾਂ ਕਿਹਾ ਹੈ ਕਿ ਕਿਉਂ ਜੋ ਔਰਤ ਅਵਿਕਸਿਤ ਮਨੁੱਖ ਨਹੀਂ ਹੈ ਪਰ ਭਿੰਨ ਹੈ, ਇੱਕੋ ਜਿਹੇ ਨਹੀਂ ਪਰ ਭਿੰਨਤਾ ਵਿੱਚ ਸਮਾਨ ਹਨ, ਪਰ ਫਿਰ ਕਈ ਸਾਲਾਂ ਵਿੱਚ ਉਹ ਜ਼ਰੂਰ ਸਮਾਨਤਾ ਵਿੱਚ ਵੱਧਦੇ ਹਨ, ਜਦੋਂ ਤੱਕ ਕਿ ਆਖਰ ਵਿੱਚ ਔਰਤ ਇੱਕ ਸੰਪੂਰਨ ਸੰਗੀਤ ਦੀ ਤਰ੍ਹਾਂ, ਜੋ ਕਿ ਨੇਕ ਸ਼ਬਦਾਂ ਨਾਲ ਇੱਕ ਸੁਰਤਾ ਪੈਦਾ ਕਰਦਾ ਹੈ, ਮਨੁੱਖ ਨਾਲ ਇੱਕ ਸੁਰਤਾ ਪੈਦਾ ਕਰਨ ਲੱਗਦੀ ਹੈ, ਭਾਵੇਂ ਉਹ ਆਪੋ ਆਪਣੀ ਸ਼ਖਸੀਅਤ ਵਿੱਚ ਰਹਿਣ, ਪਰ ਪ੍ਰੇਮੀ ਜੋੜੇ ਦੀ ਤਰ੍ਹਾਂ ਇੱਕ ਦੂਸਰੇ ਨਾਲ ਮਿਲਦੇ ਹਨ। ਇਸ ਅਧਿਆਏ ਦੇ ਵਿਸ਼ੇ ਬਹੁਤ ਹੀ ਜ਼ਿਆਦਾ ਅਦਭੁਤ ਹਨ। ਮਨੁੱਖ ਦੀ ਉਤਪਤੀ, ਜਿੱਥੇ ਉਸ ਨੂੰ ਰੱਖਿਆ ਗਿਆ ਹੈ, ਉਸ ਦਾ ਕੰਮ ਧੰਦਾ, ਉਹ ਸ਼ਰਤ ਜਿਸ ਨਾਲ ਉਸ ਨੂੰ ਇੱਕ ਜ਼ਿੰਮੇਵਾਰੀ ਦੇ ਕੇ ਉੱਥੇ ਰੱਖਿਆ ਗਿਆ, ਮਨੁੱਖ ਦੀ ਇੱਕ ਸਾਥਣ ਦੀ ਲੋੜ, ਪਤੀ ਅਤੇ ਪਤਨੀ ਵਿੱਚ ਇੱਕ ਸ਼ਨਾਖਤ ਹੈ, ਅਤੇ ਪਰਮੇਸ਼ਵਰ ਹੁਕਮ ਦਿੰਦਾ ਹੈ ਕਿ ਪਤੀਓ ਆਪੋ ਆਪਣੀ ਪਤਨੀ ਨੂੰ ਪਿਆਰ ਕਰੋ। ਇੱਕ ਆਦਮੀ ਜੋ ਕਿ ਨੂਰਨਬਰਗ ਜੇਲ੍ਹ ਵਿੱਚ ਇੱਕ ਪਾਦਰੀ ਸੀ ਅਤੇ ਜਿਸ ਦਾ ਵਾਹ ਨਾਜ਼ੀ ਮੁਖੀਆਂ ਨਾਲ ਪੈਂਦਾ ਸੀ, ਉਸ ਨੇ ਆਪਣੇ ਅਨੁਭਵਾਂ ਬਾਰੇ ਇੱਕ ਕਿਤਾਬ ਲਿਖੀ। ਉਸ ਨੇ ਇੱਕ ਹੈਰਮਨ ਗੋਰਿੰਗ ਮਨੁੱਖ ਨਾਲ ਕੀਤੀ ਆਪਣੀ ਆਖਰੀ ਗੱਲਬਾਤ ਬਾਰੇ ਦੱਸਿਆ ਕਿ ਉਹਨਾਂ ਕੁਝ ਮਨੁੱਖਾਂ ਵਿੱਚੋਂ ਇੱਕ ਸੀ ਜਿਹੜੇ ਕਿ ਯੀਸ਼ੂ ਮਸੀਹ ਨੂੰ ਗ੍ਰਹਿਣ ਕਰਨ ਤੋਂ ਇਨਕਾਰ ਕਰ ਚੁੱਕੇ ਸਨ। ਪਾਸਵਾਨ ਗੀਰੈਕੇ ਕਹਿੰਦਾ ਕਿ ਉਸ ਸ਼ਾਮ ਨੂੰ 8:30 ਵਜੇ ਦੇ ਲਗਭਗ ਮੈਂ ਗੋਰਿੰਗ ਨਾਲ ਲੰਬੇ ਸਮੇਂ ਤੱਕ ਗੱਲਬਾਤ ਕਰਦਾ ਰਿਹਾ, ਜਿਸ ਦੌਰਾਨ ਉਸਨੇ ਉਤਪਤੀ ਦੀ ਕਹਾਣੀ ਦਾ ਖੂਬ ਮਖੌਲ ਉਡਾਇਆ, ਬਾਈਬਲ ਧਰਮ ਸ਼ਾਸਤਰ ਦੇ ਪਰਮੇਸ਼ਵਰ ਦੀ ਪ੍ਰੇਰਣਾ ਨਾਲ ਲਿਖੇ ਹੋਣ ਨੂੰ ਵੀ ਮਜ਼ਾਕ ਕੀਤਾ, ਅਤੇ ਕੁਝ ਈਸਾਈ ਮਤ ਦੇ ਮੂਲ ਸਿਧਾਂਤਾਂ ਦਾ ਖੁੱਲ੍ਹ-ਮਖੁੱਲ੍ਹਾ ਇਨਕਾਰ ਵੀ ਕੀਤਾ। ਇਸ ਤੋਂ 2 ਘੰਟੇ ਤੋਂ ਵੀ ਘੱਟ ਸਮੇਂ ਬਾਅਦ ਉਸਨੇ ਆਤਮ ਹੱਤਿਆ ਕਰ ਲਈ। ਪਿਆਰੇ ਦੋਸਤੋ, ਆਤਮ ਹੱਤਿਆ ਦੀ ਲਗਾਤਾਰ ਵੱਧਦੀ ਗਿਣਤੀ ਤੋਂ ਛੁਟਕਾਰਾ ਪਾਉਣ ਲਈ ਇੱਕ ਤਰੀਕਾ ਇਹ ਹੈ ਕਿ ਆਦਮੀ ਔਰਤਾਂ ਜਾਣ ਲੈਣ ਕਿ ਉਹ ਪਰਮੇਸ਼ਵਰ ਦੀ ਸ੍ਰਿਸ਼ਟੀ ਹਨ, ਅਤੇ ਉਹ ਪਰਮੇਸ਼ਵਰ ਜੋ ਕਿ ਉਹਨਾਂ ਦਾ ਰਚਨਹਾਰਾ ਹੈ ਉਸ ਨੂੰ ਜਵਾਬਦੇ ਹਨ। ਇਹ ਕਿੰਨੀ ਮਹੱਤਵਪੂਰਨ ਗੱਲ ਹੈ। ਇਸ ਤਰ੍ਹਾਂ ਅਸੀਂ ਉਤਪਤੀ ਦੇ ਦੂਸਰੇ ਅਧਿਆਏ ਵਿੱਚ ਮਨੁੱਖ ਦਾ ਪਰਮੇਸ਼ਵਰ ਨਾਲ ਰਿਸ਼ਤਾ, ਮਨੁੱਖ ਦੀ ਪਰਮੇਸ਼ਵਰ ਨਾਲ ਸੰਗਤੀ, ਮਨੁੱਖ ਦੀ ਪਰਮੇਸ਼ਵਰ ਪ੍ਰਤੀ ਸੇਵਾ, ਮਨੁੱਖ ਦੀ ਪਰਮੇਸ਼ਵਰ ਪ੍ਰਤੀ ਵਫਾਦਾਰੀ, ਪਰਮੇਸ਼ਵਰ ਵੱਲੋਂ ਮਨੁੱਖ ਨੂੰ ਦਿੱਤਾ ਗਿਆ ਅਖਤਿਆਰ, ਅਤੇ ਮਨੁੱਖ ਦੇ ਪਰਮੇਸ਼ਵਰ ਲਈ ਅਤੇ ਪਰਮੇਸ਼ਵਰ ਵੱਲੋਂ ਸਮਾਜਿਕ ਜੀਵਨ ਬਾਰੇ ਅਧਿਐਨ ਕੀਤਾ ਹੈ। ਇਸ ਅਧਿਆਏ ਦਾ ਹੀ ਇਹ ਹੀ ਇੱਕ ਮਹਾਨ ਸੰਦੇਸ਼ ਹੈ। ਇਸ ਦੇ ਨਾਲ ਹੀ ਅਸੀਂ ਬਾਈਬਲ ਧਰਮ ਸ਼ਾਸਤਰ ਦੀ ਇਸੇ ਪੁਸਤਕ
ਉਤਪਤ ਦੇ ਤੀਸਰੇ ਅਧਿਆਇ ਵਿੱਚ ਪ੍ਰਵੇਸ਼ ਕਰਦੇ ਹਾਂ। ਇਸ ਅਧਿਆਇ ਦੇ ਮੁੱਖ ਵਿਸ਼ੇ ਇਸ ਪ੍ਰਕਾਰ ਹਨ। ਸੱਪ ਦਾ ਪਰਮੇਸ਼ਵਰ ਦੇ ਵਚਨ ਤੋਂ ਨਾਬਰ ਹੋਣਾ, ਆਦਮੀ ਅਤੇ ਔਰਤ ਪਰਮੇਸ਼ਵਰ ਦੇ ਵਚਨ ਦੀ ਉਲੰਘਣਾ ਕਰਦੇ ਹਨ, ਪਰਮੇਸ਼ਵਰ ਦੁਆਰਾ ਤਿਆਰ ਕੀਤੀ ਭਵਿੱਖ ਲਈ ਰੂਪਰੇਖਾ, ਛੁਟਕਾਰੇ ਦੇ ਸਿਧਾਂਤ ਦਾ ਪੇਸ਼ ਕੀਤਾ ਜਾਣਾ। ਅਸੀਂ ਇਸ ਇਹੋ ਜਿਹੇ ਅਧਿਆਇ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਜੋ ਕਿ ਕਈ ਲੋਕਾਂ ਦੁਆਰਾ ਸਭ ਤੋਂ ਵੱਧ ਮਹੱਤਵਪੂਰਨ ਅਧਿਆਇ ਸਮਝਿਆ ਜਾਂਦਾ ਹੈ ਕਿ ਸਾਰੇ ਰੂੜੀਵਾਦੀ ਵਿਆਖਿਆਕਾਰ ਇਸ ਨੂੰ ਇਸੇ ਤਰ੍ਹਾਂ ਹੀ ਸਵੀਕਾਰ ਵੀ ਕਰਦੇ ਹਨ। ਡਾਕਟਰ ਗ੍ਰਿਫਿਥ ਥੋਮਸ ਨੇ ਇਸ ਤੀਸਰੇ ਅਧਿਆਇ ਨੂੰ ਬਾਈਬਲ ਦਾ ਧੁਰਾ ਵੀ ਕਿਹਾ ਹੈ। ਜੇਕਰ ਤੀਸਰੇ ਅਧਿਆਇ ਨੂੰ ਬਿਨਾਂ ਪੜ੍ਹੇ ਪਹਿਲਾ ਤੇ ਦੂਸਰਾ ਅਧਿਆਇ ਪੜ੍ਹਨ ਤੋਂ ਬਾਅਦ ਉਤਪਤ ਦੇ 4 ਤੋਂ ਲੈ ਕੇ 14 ਅਧਿਆਇ ਪੜ੍ਹੀਏ ਤਾਂ ਇਹ ਪਤਾ ਲੱਗਾ ਹੈ ਕਿ ਇਸ ਦੇ ਵਿਚਕਾਰ ਇੱਕ ਵੱਡਾ ਪੋਲ ਬਾਕੀ ਰਹਿ ਜਾਂਦਾ ਹੈ ਜਿਸ ਨੂੰ ਭਰਿਆ ਜਾਣਾ ਜ਼ਰੂਰੀ ਸੀ। ਮਿਸਾਲ ਵਜੋਂ ਉਤਪਤੀ ਦੇ ਪਹਿਲੇ ਅਤੇ ਦੂਸਰੇ ਅਧਿਆਇ ਵਿੱਚ ਮਨੁੱਖ ਨੂੰ ਅਗਿਆਨਤਾ ਵਿੱਚ ਪਾਇਆ ਜਾਂਦਾ ਹੈ ਅਤੇ ਸਭ ਕੁਝ ਸੰਪੂਰਨ ਹੈ। ਮਨੁੱਖ ਅਤੇ ਪਰਮੇਸ਼ਵਰ ਵਿਚਕਾਰ ਸੰਗਤੀ ਵੀ ਹੈ ਅਤੇ ਇਸ ਨੂੰ 11 ਅਧਿਆਇ ਤੱਕ ਪੜ੍ਹਦੇ ਜਾਂਦੇ ਹਾਂ ਤਾਂ ਦੇਖਦੇ ਹਾਂ ਕਿ ਈਰਖਾ, ਗੁੱਸਾ, ਕਤਲ, ਝੂਠ ਬੋਲਣਾ, ਦੁਸ਼ਟਤਾ, ਲੁੱਟ-ਖਸੁੱਟ, ਵਿਦਰੋਹ ਅਤੇ ਸਜ਼ਾ ਆਪਣੀ ਕਾਫੀ ਪਕੜ ਬਣਾ ਲੈਂਦਾ ਹੈ। ਇਸ ਦਾ ਆਰੰਭ ਕਿੱਥੋਂ ਹੋਇਆ? ਪਾਪ ਦੀ ਸ਼ੁਰੂਆਤ ਕਿੱਥੋਂ ਹੋਈ? ਅਸਲ ਵਿੱਚ ਮੇਰਾ ਵਿਚਾਰ ਹੈ ਕਿ ਇਸ ਸਭ ਦੀ ਸ਼ੁਰੂਆਤ ਤੀਸਰੇ ਅਧਿਆਇ ਵਿੱਚ ਹੀ ਨਹੀਂ ਹੋਈ, ਪਰ ਜਿੱਥੋਂ ਤੱਕ ਮਨੁੱਖ ਦਾ ਸੰਬੰਧ ਹੈ ਇਹ ਇੱਥੋਂ ਹੀ ਸ਼ੁਰੂ ਹੋਇਆ। ਇੱਥੇ ਮੈਂ ਤੀਸਰੇ ਅਧਿਆਇ ਬਾਰੇ ਹੀ ਕੁਝ ਵਿਆਖਿਆ ਭਰੀ ਗੱਲ ਦੱਸਣ ਲਈ ਇਜਾਜ਼ਤ ਚਾਹਾਂਗਾ ਕਿ ਇਸ ਅਧਿਆਇ ਵਿੱਚ ਹੀ ਅਸੀਂ ਦੈਵੀ ਸੱਚਾਈ ਦੇ ਮਨੁੱਖੀ ਇਤਿਹਾਸ ਦੇ ਪੰਡਾਲ ਵਿੱਚ ਲਗਭਗ 6000 ਸਾਲਾਂ ਦੇ ਸਮੇਂ ਤੋਂ ਵੀ ਵੱਧ ਲਗਾਤਾਰ ਖੇਡੇ ਜਾਣ ਵਾਲੇ ਅਤੇ ਅੱਜ ਤੱਕ ਪੂਰਾ ਨਾ ਹੋਣ ਵਾਲੇ ਡਰਾਮੇ ਦੀ ਸ਼ੁਰੂਆਤ ਦਾ ਪਤਾ ਲੱਗਦਾ ਹੈ। ਇਹ ਅਧਿਆਇ ਸਾਡੀ ਮਨੁੱਖ ਜਾਤੀ ਦੀ ਗਿਰੀ ਹੋਈ ਅਤੇ ਬਰਬਾਦ ਹਾਲਤ ਨੂੰ ਸਪਸ਼ਟ ਕਰਦਾ ਹੈ। ਇਸ ਵਿੱਚ ਸਾਡੇ ਦੁਸ਼ਮਣ ਇਬਲੀਸ ਜਾਂ ਸ਼ੈਤਾਨ ਦੀਆਂ ਚਲਾਕ ਚਾਲਾਂ ਜਾਂ ਜੁਗਤੀਆਂ ਦੀ ਜਾਣਕਾਰੀ ਵੀ ਹੈ। ਇਸ ਵਿੱਚ ਅਸੀਂ ਮਨੁੱਖ ਦੀ ਧਾਰਮਿਕਤਾ ਦੇ ਰਾਸਤੇ ਉੱਤੇ ਚੱਲਣ ਦੀ ਪੂਰੀ ਤਰ੍ਹਾਂ ਅਸਮਰੱਥਾ ਨੂੰ ਵੀ ਦੇਖਦੇ ਹਾਂ, ਜਦੋਂ ਕਿ ਪਰਮੇਸ਼ਵਰ ਦੀ ਕਿਰਪਾ ਉਸ ਤੋਂ ਵਾਪਸ ਲੈ ਲਿਆ ਜਾਵੇ। ਪਾਪ ਦੇ ਆਤਮਿਕ ਅਸਰ ਜਿਸ ਕਰਕੇ ਮਨੁੱਖ ਪਰਮੇਸ਼ਵਰ ਦੀ ਹਜ਼ੂਰੀ ਤੋਂ ਭੱਜਣ ਦਾ ਰਾਹ ਭਾਲਦਾ ਹੈ, ਇਸ ਦਾ ਗਿਆਨ ਵੀ ਇਸੇ ਅਧਿਆਇ ਵਿੱਚ ਹੈ। ਇੱਥੇ ਹੀ ਸਾਨੂੰ ਇੱਕ ਦੋਸ਼ੀ ਪਾਪੀ ਦੇ ਪ੍ਰਤੀ ਪਰਮੇਸ਼ਵਰ ਦੇ ਰਵੱਈਏ ਦੀ ਪਛਾਣ ਹੁੰਦੀ ਹੈ ਕਿ ਇਨਸਾਨ ਆਪਣੇ ਨੈਤਿਕ ਨੰਗੇਜ਼ ਨੂੰ ਢਕਣ ਲਈ ਕਿਸ ਤਰ੍ਹਾਂ ਆਪਣੀ ਹੱਥ ਕਲਾ ਦੀਆਂ ਬਣਾਈਆਂ ਚੀਜ਼ਾਂ ਨੂੰ ਇਸਤੇਮਾਲ ਕਰਨ ਦੀ ਖੋਜ ਕਰਦਾ ਹੈ। ਇਸੇ ਅਧਿਆਇ ਵਿੱਚ ਸਾਨੂੰ ਪਰਮੇਸ਼ਵਰ ਵੱਲੋਂ ਆਪਣੀ ਕਿਰਪਾ ਦੁਆਰਾ ਉਪਲਬਧ ਕਰਾਏ ਉਸ ਸਾਧਨ ਦਾ ਵੀ ਪਤਾ ਲੱਗਦਾ ਹੈ ਜਿਸ ਨੂੰ ਪਰਮੇਸ਼ਵਰ ਨੇ ਸਾਡੀ ਮਹਾਨ ਲੋੜ ਨੂੰ ਪੂਰਾ ਕਰਨ ਲਈ ਤਿਆਰ ਕੀਤਾ। ਇਸ ਵਿੱਚ ਭਵਿੱਖਬਾਣੀ ਦੀ ਅਦਭੁਤ ਨਦੀ ਦੀ ਸ਼ੁਰੂਆਤ ਬਾਰੇ ਵੀ ਦੇਖਦੇ ਹਾਂ ਜੋ ਕਿ ਸਾਰੇ ਬਾਈਬਲ ਧਰਮ ਸ਼ਾਸਤਰ ਵਿੱਚ ਲਗਾਤਾਰ ਵਗਦੀ ਤੁਰੀ ਜਾਂਦੀ ਹੈ। ਇਹ ਅਧਿਆਇ ਸਾਨੂੰ ਸਿਖਾਉਂਦਾ ਹੈ ਕਿ ਇਨਸਾਨ ਇੱਕ ਸਾਲਸ ਵਿਚੋਲੇ ਤੋਂ ਬਗੈਰ ਪਰਮੇਸ਼ਵਰ ਤੱਕ ਆਪਣੀ ਪਹੁੰਚ ਬਣਾਉਣ ਵਿੱਚ ਅਸਮਰੱਥ ਹੈ। ਸੋ ਪਿਆਰੇ ਦੋਸਤੋ, ਇਸ ਅਧਿਆਇ ਵਿੱਚ ਬਾਈਬਲ ਧਰਮ ਸ਼ਾਸਤਰ ਦੇ ਗਿਆਨ ਦਾ ਇੱਕ ਅਥਾਹ ਖਜ਼ਾਨਾ ਹੈ ਜਿਸ ਨੂੰ ਆਪ ਦੇ ਸਾਹਮਣੇ ਖੋਲ੍ਹਣ ਲਈ ਅਸੀਂ ਆਪਣੇ ਅਗਲੇ ਪ੍ਰੋਗਰਾਮ ਵਿੱਚ ਫਿਰ ਆਪ ਦੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਅੱਜ ਇਸ ਪ੍ਰੋਗਰਾਮ ਦੀ ਅਸੀਂ ਇੱਥੇ ਹੀ ਸਮਾਪਤੀ ਕਰਦੇ ਹਾਂ। ਪ੍ਰਭੂ ਆਪ ਨੂੰ ਇਹਨਾਂ ਵਚਨਾਂ ਦੁਆਰਾ ਬਰਕਤ ਦੇਵੇ। ਪਿਆਰੇ ਦਰਸ਼ਕੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਉਤਪਤ ਦੇ ਦੂਸਰੇ ਅਧਿਆਇ ਦੇ ਅਧਿਐਨ ਨੂੰ ਕੀਤਾ ਹੈ ਅਤੇ ਫਿਰ ਉਸ ਤੋਂ ਬਾਅਦ ਤੀਸਰੇ ਅਧਿਆਇ ਦੇ ਉੱਤੇ ਗੌਰ ਕੀਤਾ ਹੈ। ਅਧਿਐਨ ਦੇ ਜਿਹੜੇ ਵਿਸ਼ਿਆਂ ਦੇ ਉੱਤੇ ਅਸੀਂ ਗੌਰ ਕੀਤੀ ਹੈ
ਮਨੁੱਖ ਦਾ ਪਰਮੇਸ਼ਰ ਨਾਲ ਰਿਸ਼ਤਾ, ਮਨੁੱਖ ਦੀ ਪਰਮੇਸ਼ਰ ਨਾਲ ਸੰਗਤੀ, ਮਨੁੱਖ ਦੀ ਪਰਮੇਸ਼ਰ ਪ੍ਰਤੀ ਸੇਵਾ, ਮਨੁੱਖ ਦੀ ਪਰਮੇਸ਼ਰ ਪ੍ਰਤੀ ਵਫਾਦਾਰੀ, ਪਰਮੇਸ਼ਰ ਵੱਲੋਂ ਮਨੁੱਖ ਨੂੰ ਦਿੱਤੀ ਆਗਿਆ, ਅਖਤਿਆਰ। ਅਸੀਂ ਇਸ ਅਧਿਆਇ ਦੇ ਵਿੱਚ ਮਨੁੱਖ ਦੇ ਪਰਮੇਸ਼ਰ ਲਈ ਅਤੇ ਪਰਮੇਸ਼ਰ ਵੱਲੋਂ ਸਮਾਜਿਕ ਜੀਵਨ ਬਾਰੇ ਵੀ ਅਧਿਐਨ ਕੀਤਾ ਹੈ। ਇਸ ਤੋਂ ਬਾਅਦ ਅਸੀਂ ਉਤਪਤ ਦੇ ਤੀਸਰੇ ਅਧਿਆਇ ਦੇ ਵਿੱਚ ਪ੍ਰਵੇਸ਼ ਕੀਤਾ, ਜਿਸ ਦਾ ਕੀ ਅਧਿਐਨ ਸਾਡੇ ਅਗਲੇ ਪ੍ਰੋਗਰਾਮ ਦੇ ਵਿੱਚ ਵੀ ਜਾਰੀ ਰਹੇਗਾ। ਇਹ ਤੀਸਰਾ ਅਧਿਆਇ ਬਹੁਤ ਸਾਰੇ ਲੋਕਾਂ ਦੁਆਰਾ ਸਭ ਤੋਂ ਵੱਧ ਮਹੱਤਵਪੂਰਨ ਅਧਿਆਇ ਸਮਝਿਆ ਜਾਂਦਾ ਹੈ। ਡਾਕਟਰ ਗ੍ਰਿਫਿਥ ਥੋਮਸ ਨੇ ਇਸ ਤੀਸਰੇ ਅਧਿਆਇ ਨੂੰ ਬਾਈਬਲ ਦਾ ਧੁਰਾ ਵੀ ਕਿਹਾ ਹੈ। ਆਓ ਅਸੀਂ ਹੁਣ ਪ੍ਰਾਰਥਨਾ ਦੇ ਵਿੱਚ ਚੱਲੀਏ। ਤੁਸੀਂ ਮੇਰੇ ਨਾਲ ਪ੍ਰਾਰਥਨਾ ਵਿੱਚ ਸ਼ਾਮਲ ਹੋ ਸਕਦੇ ਹੋ। ਆਓ ਦੁਆ ਕਰੀਏ। ਪਿਆਰੇ ਸਵਰਗੀ ਪਰਮੇਸ਼ਵਰ, ਅਸੀਂ ਤੁਹਾਡਾ ਨਿਹਾਇਤੀ ਧੰਨਵਾਦ ਕਰਦੇ ਹਾਂ ਪ੍ਰਭੂ ਜੀ। ਤੁਸੀਂ ਸਾਨੂੰ ਬਾਰ-ਬਾਰ ਮੌਕਾ ਦਿੰਦੇ ਹੋ ਕਿ ਅਸੀਂ ਤੁਹਾਡੇ ਵਚਨ ਦੀਆਂ ਗੱਲਾਂ ਨੂੰ ਸਿੱਖ ਸਕੀਏ। ਪਿਆਰੇ ਪ੍ਰਭੂ ਜੀ, ਤੁਸੀਂ ਮਹਾਨ ਹੋ, ਤੁਹਾਡੀ ਮਹਾਨਤਾ ਖੁਦਾਵੰਦ ਇਸ ਵਚਨਾਂ ਦੇ ਦੁਆਰਾ ਸਾਨੂੰ ਵਿਖਾਈ ਦੇ ਰਹੀ। ਪਿਤਾ ਪ੍ਰਭੂ ਸ਼੍ਰੀ, ਤੁਸੀਂ ਪਿਤਾ ਪ੍ਰਭੂ ਸ਼੍ਰੀ ਸਾਡੀ ਅਗਵਾਈ ਵੀ ਕਰ ਰਹੇ ਹੋ ਕਿ ਆਪਣੇ ਵਚਨਾਂ ਨੂੰ ਵੰਡਣ ਦੇ ਲਈ ਪਿਤਾ ਪ੍ਰਭੂ ਸ਼੍ਰੀ ਮੈਂ ਪ੍ਰਾਰਥਨਾ ਕਰਦਾ ਪਿਤਾ ਪ੍ਰਭੂ ਸ਼੍ਰੀ ਪੂਰੇ ਸਹਿਯੋਗ ਦੇ ਲਈ ਪਿਤਾ ਪ੍ਰਭੂ ਯਿਸੂ ਮਸੀਹ ਜੀ, ਅਤੇ ਦੁਆ ਕਰਦਾ ਪਿਤਾ ਪ੍ਰਭੂ ਯਿਸੂ ਮਸੀਹ ਜੀ ਸਾਰੇ ਭੈਣ ਭਰਾਵਾਂ ਦੇ ਲਈ ਜੋ ਅੱਜ ਇਸ ਪ੍ਰੋਗਰਾਮ ਨੂੰ ਵੇਖ ਰਹੇ ਪਿਤਾ ਪ੍ਰਭੂ ਸ਼੍ਰੀ। ਪਿਤਾ ਪ੍ਰਭੂ ਸ਼੍ਰੀ ਮੈਂ ਪ੍ਰਾਰਥਨਾ ਕਰਦਾ ਇਹਨਾਂ ਦੇ ਘਰਾਂ ਪਰਿਵਾਰਾਂ ਦੇ ਵਿੱਚ ਤੁਹਾਡੇ ਨਾਮ ਦੀ ਸ਼ਾਂਤੀ ਬਰਕਰਾਰ ਰਹੇ। ਪਿਤਾ ਪ੍ਰਭੂ ਸ਼੍ਰੀ ਪ੍ਰਾਰਥਨਾ ਕਰਦਾ ਪਿਤਾ ਪ੍ਰਭੂ ਸ਼੍ਰੀ ਇਹ ਲੋਕ ਆਪਣੇ ਜੀਵਨ ਤੋਂ ਪਿਤਾ ਪ੍ਰਭੂ ਸ਼੍ਰੀ ਦਰਸਾ ਸਕਣ ਕਿ ਇਹ ਸੱਚੀ ਤਰੀਕੇ ਨਾਲ ਤੁਹਾਡੀ ਭਗਤੀ ਨੂੰ ਕਰ ਰਹੇ ਹਨ ਅਤੇ ਪਵਿੱਤਰ ਬਾਈਬਲ ਦੀ ਸਿੱਖਿਆ ਨੂੰ ਲੈ ਰਹੇ ਹਨ। ਪਿਆਰੇ ਪ੍ਰਭੂ ਜੀ, ਤੁਸੀਂ ਸਾਡੇ ਸਾਰਿਆਂ ਦੇ ਉੱਤੇ ਵੱਡਾ ਅਨੁਗ੍ਰਹਿ ਕਰੋ ਪਿਤਾ ਪ੍ਰਭੂ ਸ਼੍ਰੀ। ਹਰ ਪਰੇਸ਼ਾਨੀ ਦੁੱਖ ਤਕਲੀਫ ਤੋਂ ਬਚਾ ਕੇ ਰੱਖੋ। ਪਿਆਰੇ ਪ੍ਰਭੂ ਜੀ, ਆਪਣੇ ਵਚਨਾਂ ਦੇ ਦੁਆਰਾ ਸਾਡੇ ਨਾਲ ਗੱਲਬਾਤ ਕਰੋ ਪਿਤਾ ਪ੍ਰਭੂ ਸ਼੍ਰੀ। ਅਗਰ ਸਾਡੇ ਜੀਵਨ ਦੇ ਵਿੱਚ ਕੋਈ ਪਾਪ ਹੈ ਉਸ ਨੂੰ ਦੂਰ ਕਰੋ ਪਿਤਾ ਪ੍ਰਭੂ ਸ਼੍ਰੀ। ਅਸੀਂ ਸੱਚੇ ਦਿਲ ਦੇ ਨਾਲ ਪਿਤਾ ਪ੍ਰਭੂ ਸ਼੍ਰੀ ਤੇ ਸਮਾਂ ਦੇਣ ਵਾਲੇ ਬਣ ਸਕੀਏ ਅਤੇ ਬਾਈਬਲ ਨੂੰ ਸਹੀ ਰੀਤੀ ਨਾਲ ਪੜ੍ਹਨ ਵਾਲੇ ਬਣ ਸਕੀਏ। ਪਿਆਰੇ ਪ੍ਰਭੂ ਜੀ, ਮੈਂ ਤੁਹਾਡਾ ਧੰਨਵਾਦ ਕਰਨਾ ਸਾਰੇ ਕੀਤੇ ਉਪਕਾਰਾਂ ਦੇ ਲਈ। ਤੁਹਾਡਾ ਧੰਨਵਾਦ ਇਸ ਦਿੱਤੀ ਪਿਤਾ ਪ੍ਰਭੂ ਸ਼੍ਰੀ। ਪਿਤਾ ਪ੍ਰਭੂ ਸ਼੍ਰੀ ਤੇ ਦਿੱਤੇ ਸਾਹਾਂ ਦੇ ਲਈ ਵੀ ਤੁਹਾਡਾ ਧੰਨਵਾਦ। ਪਿਆਰੇ ਪ੍ਰਭੂ ਜੀ, ਸਾਡੀ ਦੁਆ ਨੂੰ ਸੁਣਿਆ ਹੈ, ਕਬੂਲ ਕੀਤਾ ਹੈ, ਮੰਗਣਾ ਪਿਆਰੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਸੀਲੇ ਦੇ ਵਿੱਚ, ਆਮੀਨ। ਦਰਸ਼ਕੋ, ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਮੈਂ ਵਿਸ਼ਵਾਸ ਕਰਦਾ ਕਿ ਬਹੁਤ ਚੰਗਾ ਲੱਗਿਆ ਹੋਵੇਗਾ। ਤੁਸੀਂ ਸਾਨੂੰ ਫੋਨ ਕਰਕੇ ਜ਼ਰੂਰ ਦੱਸੋ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਵੇਂ ਦਾ ਲੱਗਿਆ ਹੈ। ਅਸੀਂ ਤੁਹਾਡੇ ਫੋਨ ਦਾ ਇੰਤਜ਼ਾਰ ਕਰਾਂਗੇ। ਅੱਜ ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਪ੍ਰਭੂ ਆਪ ਸਭ ਨੂੰ ਆਸ਼ੀਸ਼ ਅਤੇ ਬਰਕਤ ਦੇਵੇ। ਜੈ ਮਸੀਹ ਕੀ। ਸਾਡਾ ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗਾ ਸਾਨੂੰ ਜ਼ਰੂਰ ਦੱਸੋ। ਸਾਡਾ ਫੋਨ ਨੰਬਰ ਹੈ 9041538931। ਨੰਬਰ ਇੱਕ ਵਾਰ ਫਿਰ ਸੁਣੋ 9041538931। ਸਾਡਾ ਦੂਸਰਾ ਨੰਬਰ ਹੈ 9465177365। ਤੁਸੀਂ ਚਾਹੋ ਤਾਂ ਸਾਨੂੰ ਮਿਸ ਕਾਲ ਵੀ ਕਰ ਸਕਦੇ ਹੋ। ਮਿਸ ਕਾਲ ਕਰਨ ਦੇ ਲਈ ਸਾਡਾ ਨੰਬਰ ਹੈ 0444 908 1209। ਜੇਕਰ ਤੁਸੀਂ ਈਮੇਲ ਕਰਨਾ ਚਾਹੁੰਦੇ ਹੋ ਤਾਂ ਸਾਡਾ ਈਮੇਲ ਪਤਾ ਨੋਟ ਕਰੋ punjabi@radio882.com। ਚਿੱਠੀ ਲਿਖਣ ਦੇ ਲਈ ਸਾਡਾ ਪਤਾ ਹੈ TWR ਇੰਡੀਆ, ਪੋਸਟ ਬਾਕਸ ਨੰਬਰ 111, ਜਨਰਲ ਪੋਸਟ ਆਫਿਸ, ਸੈਕਟਰ 17, ਚੰਡੀਗੜ੍ਹ 16001। YouTube ਅਤੇ Facebook ਉੱਤੇ ਵੀ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਇਸ ਦੇ ਲਈ ਤੁਸੀਂ TWR ਇੰਡੀਆ ਪੰਜਾਬੀ ਨਾਲ ਜੁੜੋ।